ते दंडोत वंदन अनेक बार, सर्व कला समरथ, सर्व कला समरथ। डोलन ते राखो प्रभु, नानक दे कर हाथ। सुर नर मुन जन अमृत खोज दे, सो अमृत गुर ते पाया। पाया अमृत गुर कृपा कीनी, सच्चा मन वसाया। वाहिगुरु जी का खालसा, वाहिगुरु जी की फतेह। ਜਿਹੜੇ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਦੇਵੀ ਦੇਵਤਾ ਵੀ ਲੋੜਦੇ ਨੇ, ਲੋਚਦੇ ਨੇ, ਉਹਨਾਂ ਨੂੰ ਵੀ ਲੋੜ ਹੈ। ਜਿਹੜੇ ਸਾਡੇ ਤੋਂ ਉੱਪਰ ਦੀ ਅਵਸਥਾ ਵਿੱਚ ਨਾ ਦੇਵੀ ਦੇਵ, ਉਹਨਾਂ ਨੂੰ ਵੀ ਉਸ ਅੰਮ੍ਰਿਤ ਦੀ ਜ਼ਰੂਰਤ ਹੈ। ਉਹ ਅੰਮ੍ਰਿਤ ਉਹ ਵੀ ਲੱਭਦੇ ਨੇ ਅਤੇ ਉਹ ਅੰਮ੍ਰਿਤ ਸਾਨੂੰ ਸਹਿਜੇ ਹੀ ਗੁਰਪਿਤਾ ਜੀ ਕੋਲੋਂ ਮਿਲ ਜਾਂਦਾ ਹੈ। ਬਸ ਅਸੀਂ ਤਿਆਰ ਹੋਈਏ, ਆਪਣਾ ਉਦਮ ਤਿਆਰ ਰੱਖੀਏ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਪਾਸੋਂ ਅਸੀਂ ਉਹ ਅੰਮ੍ਰਿਤ ਦੀ ਦਾਤ ਲੈਣੀ ਹੈ, ਮਹਾਰਾਜ ਦੀ ਗੋਦ ਵਿੱਚ ਬੈਠਣਾ ਹੈ। ਜੇ ਮਹਾਰਾਜ ਦੀ ਨਿੱਘੀ ਗੋਦ ਮਾਰਨਾ ਚਾਹੁੰਦੇ ਹਾਂ, ਜੇ ਉਹਨਾਂ ਦੇ ਧੀ ਪੁੱਤ ਖਵਾਉਣਾ ਚਾਹੁੰਦੇ ਹਾਂ, ਤੇ ਉਹ ਮਰਿਆਦਾ ਤੇ ਪੂਰੀ ਕਰਨੀ ਪਏਗੀ ਨਾ। ਮਹਾਰਾਜ ਕੋਲੋਂ ਦਸਤਖਤ ਕਰਾਣੇ ਪੈਣਗੇ, ਉਹਨਾਂ ਦਾ ਨਾਮ ਲੈਣਾ ਪਏਗਾ ਕਿ ਬਈ ਅਸੀਂ ਕਿਹਦੇ ਧੀ ਪੁੱਤ ਹਾਂ। ਉਹ ਨਾਮ ਲੈਣ ਵਾਸਤੇ ਗੁਰਪਿਤਾ ਜੀ ਨੇ ਮਰਿਆਦਾ ਰੱਖੀ ਕਿ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲਓ। ਹੁਣ ਜਦ ਮਹਾਰਾਜ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜੇ, ਤੇ ਸਾਡੇ ਮਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਕਿੰਨੀ ਜ਼ਰੂਰੀ ਚੀਜ਼ ਹੈ। ਪਰ ਫਿਰ ਵੀ ਅਗਰ ਅਸੀਂ ਆਪਣਾ ਕੋਈ ਵੀ ਮਨ ਦਾ ਸ਼ੰਕਾ ਕਹਿ ਲਓ ਜਾਂ ਮਨ ਦਾ ਆਲਸ ਕਹਿ ਲਓ, ਜਾਂ ਇਹ ਜਿਹੜਾ ਮਨ ਨੇ ਉਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹੋ। ਜਦ ਇਹਨੂੰ ਮੈਲ ਚਿਮੜੀਏ ਤੇ ਇਸ ਗੱਲ ਨੂੰ ਇਹ ਸਮਝਦਾ ਨਹੀਂ, ਇਹ ਮੱਤ ਹੈ ਜਿਹੜੀ ਉਹ ਆਪਣੇ ਗੁਰੂ ਦੀ ਮੱਤ ਨੂੰ ਗ੍ਰਹਿਣ ਨਹੀਂ ਕਰਦੀ, ਤੇ ਫਿਰ ਅਸੀਂ ਅੰਮ੍ਰਿਤ ਦੀ ਦਾਤ ਤੋਂ ਮੁਨੱਕਰ ਹੋ ਜਾਂਦੇ ਹਾਂ। ਪਰ ਪਿਆਰਿਓ, ਜੇ ਅਸੀਂ ਕਿਸੇ ਵੀ ਵਜ੍ਹਾ ਨਾਲ ਇਸ ਦਾਤ ਤੋਂ ਲੈਣ ਤੋਂ ਮਨੁੱਕਰ ਹੋ ਰਹੇ ਹਾਂ, ਤੇ ਇੱਕੋ ਹੀ ਰਸਤਾ ਹੈ, ਅਰਦਾਸ ਕਰਨੀ, ਬੇਨਤੀ ਕਰਨੀ, ਮਹਾਰਾਜ ਦੇ ਤਰਲੇ ਲੈਣਾ ਕਿ ਮਹਾਰਾਜ ਸਾਡਾ ਵੀ ਨੇਮ ਵਧਾ ਦਿਓ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਜਿਹੜਾ ਮੇਰਾ ਮਨ ਨਹੀਂ ਮੰਨਦਾ ਇਹਨੂੰ ਮਨਾ ਦਿਓ ਮਹਾਰਾਜ। ਜਿਹੜਾ ਮੇਰਾ ਆਲਸ ਦਾ ਰੋਗ ਹੈ, ਜਿਹੜਾ ਮੈਨੂੰ ਹੋਰ ਰੋਗ ਚਿਮੜੇ ਨੇ, ਜਿਹਦੇ ਕਰਕੇ ਮੇਰੇ ਮਨ ਨੂੰ ਜੋ ਰੋਗ ਲੱਗੇ ਨੇ, ਜਿਹਦੇ ਕਰਕੇ ਮੈਂ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ ਜਾਂ ਨਹੀਂ ਲੈਂਦੀ, ਉਹ ਰੋਗ ਆਪ ਦੂਰ ਕਰ ਦਿਓ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਪ੍ਰਭ ਮਿਟਾਵੋ ਸੋਗ। ਸਾਰੇ ਰੋਗਾਂ ਦਾ ਨਾਸ ਕਰਨ ਵਾਲੇ ਤੇ ਆਪ ਹੀ ਹੋ। ਜਿਹੜਾ ਮੇਰਾ ਵੈਦ ਹੈ ਕੌਣ ਹੈ? ਗੁਰ ਗੋਬਿੰਦਾ। ਜਦ ਗੁਰੂ ਗੋਬਿੰਦਾ ਮੇਰਾ ਵੈਦ ਹੈ ਤੇ ਮੈਂ ਕਿਸੇ ਹੋਰ ਡਾਕਟਰ ਪਾਸ ਕਿਉਂ ਜਾਵਾਂਗਾ ਇਲਾਜ ਕਰਾਉਣ? ਮੈਂ ਤੇ ਇੱਥੇ ਹੀ ਇਲਾਜ ਕਰਾਵਾਂਗਾ ਨਾ। ਇਸ ਕਰਕੇ ਮਹਾਰਾਜ ਅੱਗੇ ਬੇਨਤੀਆਂ ਕਰਨੀਆਂ। ਗੁਰਬਾਣੀ ਗੁਰੂ ਵਿੱਚ ਅਸੀਂ ਪੰਕਤੀਆਂ ਤੇ ਦਰਸ਼ਨ ਕਰਦੇ ਹਾਂ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ। ਤੇ ਜਿਨ੍ਹਾਂ ਦੇ ਚੋਲੇ ਰਤੜੇ ਹੋਣਗੇ ਉਹਨਾਂ ਕੋਲ ਤੇ ਕੰਤ ਹੋਏਗਾ ਨਾ। ਗੁਰਬਾਣੀ ਗੁਰੂ ਵਿੱਚ ਬਹੁਤ ਜਗ੍ਹਾ ਐਵੇਂ ਪੰਕਤੀਆਂ ਦੇ ਦਰਸ਼ਨ ਹੁੰਦੇ ਨੇ ਜਿਹਦੇ ਵਿੱਚ ਸਾਰੇ ਇਸਤਰੀ ਹੋਵੇ ਭਾਵੇਂ ਪੁਰਸ਼ ਹੋਵੇ, ਉਹਨੂੰ ਅਸੀਂ ਜੀਵ ਇਸਤਰੀ ਮੰਨਦੇ ਹਾਂ, ਤੇ ਪਰਮਾਤਮਾ ਨੂੰ ਕੰਤ ਪਤੀ ਮੰਨਦੇ ਹਾਂ, ਮਾਲਕ ਮੰਨਦੇ ਹਾਂ। ਤੇ ਮਾਲਕ ਤਾਂ ਸਾਡੀ ਸੇਜਾ ਤੇ ਆਣਗੇ ਜਾਂ ਤਾਂ ਸਾਨੂੰ ਆਪਣੇ ਨਾਲ ਬਿਠਾਣਗੇ ਜੇ ਸਾਡਾ ਚੋਲਾ ਵੀ, ਇਹ ਸਰੀਰ ਵੀ ਤੇ ਇਹ ਜੀਵ ਜਿਹੜਾ ਅੰਦਰ ਵਸਦਾ ਹੈ ਆਤਮ ਰੂਪ, ਉਹ ਰੰਗਿਆ ਹੋਏਗਾ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ। ਤੇ ਚੋਲਾ ਰਤੜਾ ਕਿਵੇਂ ਨੇ? ਬਾਹਰੋਂ ਅੰਮ੍ਰਿਤ ਦੀ ਦਾਤ ਲੈਣੀ ਜਦੋਂ ਪੰਜ ਪਿਆਰਿਆਂ ਪਾਸੋਂ, ਤੇ ਇਹ ਜਦੋਂ ਕਕਾਰ ਸਜਾ ਲੈਣੇ ਸਰੀਰ ਉੱਪਰ, ਇਹਨਾਂ ਕਕਾਰਾਂ ਦੀ ਸਰੀਰ ਨਾਲ ਵੀ ਰਹਿਤ ਮਰਿਆਦਾ ਰੱਖਣੀ ਤੇ ਅੰਤਰ ਆਤਮੇ ਵੀ ਰੱਖਣੀ, ਤਾਂ ਇਹ ਚੋਲਾ ਰੰਗਿਆ ਜਾਏਗਾ। ਤੇ ਫਿਰ ਅਗਰ ਸਾਡੇ ਕੋਲੋਂ ਆਪ ਉਦਮ ਨਹੀਂ ਹੋ ਰਿਹਾ ਤੇ ਮਹਾਰਾਜ ਕੀ ਉਪਦੇਸ਼ ਦਿੰਦੇ ਨੇ? ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੈ ਆਪੇ ਹੀ ਰਾਵੇ। ਤੇ ਮਹਾਰਾਜ ਅੱਗੇ ਬੇਨਤੀਆਂ ਕਰਨੀਆਂ, ਮਹਾਰਾਜ ਜਿਹੜਾ ਮੇਰਾ ਚੋਲਾ ਹੈ ਲਿਤੜਾ ਲੱਭ ਰੰਗਾਏ। ਮੈਂ ਤੇ ਇਹਨੂੰ ਲਾਲਚ ਦੇ ਲੋਭ ਦੇ ਰੰਗ ਨਾਲ ਰੰਗ ਲਿੱਤਾ ਹੈ। ਮੈਂ ਤੇ ਸੋਚਦਾ ਕਿ ਮੈਂ ਝੂਠ ਬੋਲਣਾ ਹੈ ਦੁਨੀਆਂ 'ਚ, ਤਾਂ ਮੈਂ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ। ਤੇ ਮਹਾਰਾਜ ਫਿਰ ਅਸੀਂ ਚੋਲੇ ਨੂੰ ਸਾਫ਼ ਕਰਨ ਵਾਸਤੇ ਸਾਨੂੰ ਉਦਮ ਬਖਸ਼ਣਗੇ, ਦਇਆ ਕਰਨਗੇ। ਅਸੀਂ ਇਸ ਪਿਆਰੀ ਤੇ ਨਿਆਰੀ ਖੇਡ ਵਿੱਚ ਜ਼ਰੂਰ ਪੈਣਾ ਹੈ, ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ। ਜੇ ਅੱਜ ਟਾਲ ਵੀ ਦਿੰਦੇ ਆ ਨਾ,
ਫਿਰ ਵੀ ਸਾਨੂੰ ਕਿਸੇ ਨਾ ਕਿਸੇ ਜਨਮ ਵਿੱਚ ਇਸ ਖੇਡ ਤੋਂ ਗੁਜ਼ਰਨਾ ਹੀ ਪਏਗਾ, ਨਹੀਂ ਤੇ ਸਾਡਾ ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਜਦ ਮਹਾਰਾਜ ਨੇ ਕਹਿਤਾ ਤੇ ਬਾਣੀ ਤੇ ਸੱਚੋ ਸੱਚ ਸੁਣਾਉਂਦੀ ਹੈ, ਚਹੁੰ ਜੁਗਾਂ ਵਿੱਚ ਸੱਚ ਹੈ, ਤੇ ਸਾਡਾ ਫਿਰ ਕਿਸੇ ਵੀ ਯੁੱਗ ਵਿੱਚ ਪਾਰ ਉਤਾਰਾ ਨਹੀਂ ਹੋ ਸਕਦਾ, ਇਸ ਭਵਜਲ ਪੇੜੇ ਤੋਂ ਪਾਰ ਨਹੀਂ ਹੋ ਸਕਦੇ ਜੇ ਅਸੀਂ ਮਹਾਰਾਜ ਦੇ ਲੜ ਲੱਗ ਕੇ ਇਸ ਬੇੜੇ ਤੇ ਨਹੀਂ ਚੜ੍ਹਦੇ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੈ ਤਰੂ, ਤੇ ਮਹਾਰਾਜ ਦੇ ਬੇੜੇ ਤੇ ਚੜ੍ਹ ਕੇ ਸਗਲ ਸ੍ਰਿਸ਼ਟ ਨੇ ਜਿਹੜਾ ਪਾਰ ਹੋਣਾ ਹੈ। ਤੇ ਇਹ ਜਿਹੜੇ ਕਲਯੁਗ ਦਾ ਪਹਿਰਾ ਹੈ ਉਹ ਗੁਰੂ ਨਾਨਕ ਪਾਸ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤੇ ਮਹਾਰਾਜ ਦੀ ਜਿਹੜੀ ਸੰਗਤ ਵਿੱਚ ਆ ਕੇ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹ ਮਿਲਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਤੇ ਜਿਹੜਾ ਇਹ ਸੰਗਤ ਦਾ ਰਸਤਾ ਮਹਾਰਾਜ ਦੱਸ ਰਹੇ ਨੇ ਕਿ ਸੰਗਤ ਕਰਨੀ, ਅੰਮ੍ਰਿਤ ਦੀ ਦਾਤ ਲੈਣੀ, ਤੇ ਇਹਦੇ ਤੋਂ ਹੁਣ ਅਸੀਂ ਪਿੱਛੇ ਨਾ ਹਟੀਏ। ਸਾਡੇ ਕੋਲ ਇੰਨਾ ਅੱਛਾ ਮੌਕਾ ਆਇਆ, ਜਦ ਇਹ ਜਿਹੜੇ ਉਪਰਾਲੇ ਕੀਤੇ ਤਾਂ ਹੀ ਸਫਲਾ ਨੇ। ਜੇ ਅਸੀਂ ਆਪ ਵੀ ਅੱਗੇ ਪੈਰ ਵਧਾਈਏ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ, ਆਪ ਜਪੋ ਅਵਰ ਨਾਮ ਜਪਾਓ, ਉਹ ਵਾਲੀ ਅਵਸਥਾ ਵਿੱਚ ਜਾਈਏ। ਮਹਾਰਾਜ ਨੇ ਜਿਹੜੀ ਖਾਲਸਾ ਦੀ ਖੇਡ ਰੱਖੀ, ਦੇਖੋ ਕਿੰਨੀ ਪਿਆਰੀ ਹੈ। ਜਦੋਂ ਮਹਾਰਾਜ ਨੇ ਇਹ ਸਾਰੀ ਕੋ ਕਿ ਪਰਮਾਤਮਾ ਨੇ, ਕਾਦਰ ਨੇ ਇਹ ਕੁਦਰਤ ਸਾਜਣੀ ਸੀ, ਪੂਰੀ ਪ੍ਰਕਿਰਤੀ ਨੂੰ ਸਾਜਣਾ ਸੀ, ਤੇ ਮਹਾਰਾਜ ਨੇ ਕੀ ਕੀਤਾ, ਸਿਰਫ ਇੱਕ ਛਿਣ ਮਾਤਰ ਦਾ ਸਮਾਂ ਲਗਾਇਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਸਿਰਫ ਇੱਕ ਆਵਾਜ਼ਾ ਕੀਤਾ ਤੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਤੀ। ਪਰ ਜਦੋਂ ਮਹਾਰਾਜ ਨੇ ਖਾਲਸੇ ਵਾਲੀ ਖੇਡ ਸਿਰਜਣੀ ਸੀ, ਖਾਲਸਾ ਰਚਨਾ ਸੀ, ਤੇ ਫਿਰ ਕੀ ਕੀਤਾ ਮਹਾਰਾਜ ਨੇ 225 ਸਾਲ ਦਾ ਸਮਾਂ ਲਿੱਤਾ, 10 ਜਾਮੇ ਲਿੱਤੇ। ਅਕਾਲ ਪੁਰਖ ਪਰਮਾਤਮਾ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਪਾਤਸ਼ਾਹ ਤੱਕ 10 ਜਾਮੇ ਲਿੱਤੇ। ਉਸ ਤੋਂ ਬਾਅਦ ਜੋਤ ਟਿਕਾਤੀ, 10 ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜੂਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਤੇ ਫਿਰ ਵਾਪਸ ਨਹੀਂ ਗਏ। ਤੇ ਫਿਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ, ਤਾਂ ਇਹ ਖਾਲਸਾ ਪ੍ਰਗਟ ਹੋਇਆ 225 ਸਾਲ ਬਾਅਦ। ਦੇਖੋ ਕਿੰਨੀ ਇੰਪੋਰਟੈਂਟ ਚੀਜ਼ ਹੈ। ਜਦੋਂ ਅਸੀਂ ਪੜ੍ਹੀਏ ਕਿ ਗੁਰਬਾਣੀ ਵਿੱਚ ਕਿ ਪ੍ਰਕਿਰਤੀ ਨੂੰ ਸਾਜਣਾ ਸੀ, ਇਸ ਪੂਰੇ ਬ੍ਰਹਮਾਂਡ ਦੀ ਰਚਨਾ ਕਰਨੀ ਸੀ, ਤੇ ਸਿਰਫ 1 ਸੈਕਿੰਡ ਦਾ ਸਮਾਂ ਲਿੱਤਾ। ਕੀਤਾ ਪਸਾਓ ਇੱਕੋ ਕਵਾਓ। ਜਦੋਂ ਇਹ ਖਾਲਸੇ ਦਾ ਰੂਪ ਬਖਸ਼ਣਾ ਸੀ, ਮਹਾਰਾਜ ਨੇ ਇਸ ਖਾਲਸੇ ਦੀ ਖੇਡ ਦੀ ਰਚਨਾ ਕਰਨੀ ਸੀ, ਤੇ 225 ਸਾਲ 10 ਜਾਮੇ। ਫਿਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੀ ਜੋਤ ਟਿਕਾ ਦਿੱਤੀ, ਵਾਪਿਸ ਗਏ ਹੀ ਨਹੀਂ। ਤੇ ਇਹ ਖੇਡ ਫਿਰ ਕਿੰਨੀ ਪਿਆਰੀ ਹੈ। ਇਹ ਥੋੜੀ ਨਾ ਕਿ ਅੰਮ੍ਰਿਤ ਛਕ ਕੇ ਅਸੀਂ ਹੱਸਦੇ ਨਹੀਂ, ਖੇਡਦੇ ਨਹੀਂ, ਜਾਂ ਅਸੀਂ ਚੰਗੇ ਕੱਪੜੇ ਨਹੀਂ ਪਾਉਂਦੇ, ਅਸੀਂ ਕੀ ਨਹੀਂ ਕਰਦੇ। ਮਹਾਰਾਜ ਤੇ ਐਸੀ ਇਹ ਵਾਲੀ ਜੁਗਤ ਦੱਸਦੇ ਨੇ ਕਿ ਨਾਨਕ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ। ਕਿਵੇਂ ਪੂਰੀ ਹੁੰਦੀ, ਜੋ ਸਤਿਗੁਰੂ ਨੂੰ, ਸੱਚੇ ਸਤਿਗੁਰੂ ਨੂੰ ਆਪਣਾ ਭੇਟਾ ਕਰ ਦਿੰਦੇ, ਆਪਣਾ ਆਪ ਮਨਮਤ ਨੂੰ ਉੱਥੇ ਰੱਖ ਕੇ ਗੁਰਮਤ ਨੂੰ ਜਦੋਂ ਧਾਰਨ ਕਰ ਲੈਂਦੇ ਆ, ਮਹਾਰਾਜ ਦੇ ਅਨੁਸਾਰ ਹੀ ਵਿਹਾਰ ਕਰਦੇ ਆ, ਆਪਣੀ ਮਤ ਨਹੀਂ ਲੜਾਉਂਦੇ। ਵੀ ਬਿਲਕੁਲ ਨਕੰਮੇ ਕੁਐਸਚਨਸ ਵਿੱਚ ਨਹੀਂ ਪੈਂਦੇ ਕਿ ਮਹਾਰਾਜ ਨੇ ਕਛਹਿਰਾ ਦਿੱਤਾ ਅਸੀਂ ਦੂਸਰਾ ਵੀ ਪਾ ਸਕਦੇ ਹਾਂ, ਸਾਡਾ ਜਿਹੜਾ ਮਨ ਹੈ ਉਹ ਪਵਿੱਤਰ ਹੈਗਾ, ਸਾਨੂੰ ਬਾਹਰੋਂ ਕਕਾਰ ਪਾਉਣ ਦੀ ਲੋੜ। ਜਦੋਂ ਆਪਣੀ ਐਵੇਂ ਦੀਆਂ ਬਿਲਕੁਲ ਗੱਲਾਂ ਨੂੰ ਛੱਡ ਦਿੰਦੇ ਆ ਨਾ, ਜਦੋਂ ਵੀ ਕੰਗਾ ਹੀ ਕਰਨਾ ਹੈ ਉਹਦੇ ਨਾਲ ਵੀ ਕਰ ਸਕਦੇ ਆ, ਪਲਾਸਟਿਕ ਵਾਲੇ ਨਾਲ ਵੀ ਕਰ ਸਕਦੇ ਆ, ਇਹਦੇ ਨਾਲ ਵੀ ਕਰ ਸਕਦੇ ਆ, ਨਹੀਂ ਜਿਹੜੀ ਮਹਾਰਾਜ ਨੇ ਖੇਡ ਬਖਸ਼ੀ ਹੈ ਉਹਦੇ ਵਿੱਚ ਕੋਈ ਰਮਜ਼ ਰੱਖੀ ਹੋਏਗੀ ਨਾ, ਤਾਂ ਹੀ ਮਹਾਰਾਜ ਨੇ ਇੰਨਾ 225 ਸਾਲ ਦਾ ਸਮਾਂ ਲਗਾਇਆ ਇਸ ਖੇਡ ਨੂੰ ਰਚਣ ਵਾਸਤੇ। ਖਾਲਸਾ ਅਕਾਲ ਪੁਰਖ ਕੀ ਫੌਜ, ਇਸ ਨੂੰ ਮਹਾਰਾਜ ਨੇ ਅਕਾਲ ਪੁਰਖ ਦੀ ਫੌਜ ਕਿਹਾ। ਜਦ ਕਿ ਅਕਾਲ ਪੁਰਖ ਨੂੰ ਤੇ ਕੋਈ ਫੌਜ ਰੱਖਣ ਦੀ ਲੋੜ ਹੀ ਨਹੀਂ, ਉਹਨੂੰ ਕਿਹਦਾ ਡਰ ਹੈ ਕਿ ਉਹ ਫੌਜ ਰੱਖੇ। ਅਕਾਲ ਪੁਰਖ ਨੇ ਨਾ ਤੇ ਕਿਸੇ ਦੀ ਦੇਸ਼ ਉੱਪਰ ਕਬਜ਼ਾ ਕਰਨਾ ਹੈ, ਨਾ ਆਪਣੇ ਦੇਸ਼ ਨੂੰ ਬਚਾਉਣਾ ਹੈ। ਅਕਾਲ ਪੁਰਖ ਆਪ ਹੀ ਰਾਜਾ ਸਾਰੀ ਸ੍ਰਿਸ਼ਟੀ ਦਾ, ਤੇ ਫਿਰ ਫੌਜ ਰੱਖੀ ਉਹ ਵੀ ਖਾਲਸੇ ਦੇ ਰੂਪ ਵਿੱਚ। ਕਿਉਂ ਰੱਖੀ? ਕਿਉਂਕਿ ਉਸ ਸ੍ਰਿਸ਼ਟੀ ਦਾ ਮਾਤਾ ਪਿਤਾ ਹੈ। ਜਦੋਂ ਇਹ ਸ੍ਰਿਸ਼ਟੀ ਨੂੰ ਰਚਿਆ ਹੈ ਤੇ ਆਪ ਹੀ ਪਿਤਾ ਹੈ ਤੇ ਆਪ ਹੀ ਮਾਤਾ ਹੈ, ਤੇ ਇਸ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਸਤੇ, ਇਹ ਸ੍ਰਿਸ਼ਟੀ ਦੀ ਲੋਕਾਈ ਦੇ ਜੀਵਾਂ ਦਾ ਦੁੱਖ ਦੂਰ ਕਰਨ ਵਾਸਤੇ ਮਹਾਰਾਜ ਨੇ ਇੱਕ ਫੌਜ ਰੱਖੀ ਖਾਲਸੇ ਦੇ ਰੂਪ ਵਿੱਚ। ਦੇਖੋ ਕਿੰਨਾ ਨਿਆਰਾ ਖਾਲਸਾ ਬਣਾਇਆ। ਕਿ ਇਸ ਫੌਜ ਨੂੰ ਮਹਾਰਾਜ ਨੇ ਕੀ ਕੰਮ ਸੌਂਪਿਆ ਕਿ ਆਪ ਵੀ ਇਸ ਖੇਡ ਵਿੱਚ ਪਵੋ ਕਿ ਅਕਾਲ ਪੁਰਖ ਤੱਕ ਆਤਮ ਤੇ ਪਰਮਾਤਮਾ ਦਾ ਮਿਲਾਪ ਕਿਵੇਂ ਹੋਣਾ ਹੈ। ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਪੰਕਤੀਆਂ ਪੜ੍ਹਦੇ ਹਾਂ ਨਾ, ਗੁਰਬਾਣੀ ਦੇ ਦਰਸ਼ਨ ਕਰਦੇ ਹਾਂ, ਮਹਾਰਾਜ ਕਹਿੰਦੇ ਨੇ ਆਤਮ ਰਸ ਜਹ ਜਾਣਈ ਸੋ ਹੈ ਖਾਲਸ ਦੇਵ। ਜਿਹੜੇ ਆਤਮਾ ਦੇ ਰਸ ਨੂੰ ਜਾਣਦਾ ਹੈ, ਆਤਮਾ ਤੇ ਪਰਮਾਤਮਾ ਜਿਹਦਾ ਇੱਕ ਵੀ ਹੋ ਗਿਆ, ਉਹ ਵੀ ਖਾਲਸਾ ਦੇ ਬਿਲਕੁਲ ਪਿਓਰ ਜਿਹਨੂੰ ਅਸੀਂ ਕਹਿੰਦੇ ਹਾਂ ਖਾਲਸਾ।
ਨਾਮ ਦੇ ਅੱਗੇ ਖਾਲਸਾ ਲਗਾਉਣਾ ਆਸਾਨ ਹੈ, ਖਾਲਸਾ ਹੋਣਾ ਇੱਕ ਬਹੁਤ ਉੱਚੀ ਖੇਡ ਹੈ। ਅੰਦਰੋਂ ਇਹ ਖੇਡ ਹੋਰ ਵੀ ਔਖੀ ਹੈ। ਪਹਿਲੇ ਬਾਹਰੋਂ ਸ਼ੁਰੂ ਕਰਾਂਗੇ, ਅੰਮ੍ਰਿਤ ਦੀ ਦਾਤ ਲੈ ਕੇ ਕਿ ਸਕੂਲ 'ਚ ਐਡਮਿਸ਼ਨ ਲੈ ਲਿਆ, ਸਿੰਘ ਬਣ ਗਏ, ਕੌਰ ਬਣ ਗਏ, ਹੁਣ ਅਸੀਂ ਖਾਲਸਾ ਬਣਨਾ ਹੈ, ਅੱਗੇ ਅੱਗੇ ਕਦਮ ਵਧਾਉਣਾ ਹੈ। ਫਿਰ ਅੰਦਰੋਂ ਵੀ ਇਹ ਖੇਡ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਤੇ ਮਹਾਰਾਜ ਕੀ ਕਹਿੰਦੇ ਨੇ, ਆਤਮ ਰਸ ਜਹ ਜਾਣਈ ਸੋ ਹੈ ਖਾਲਸ ਦੇਵ। ਇਸ ਤੇ ਅੱਗੇ ਹੀ ਬਸ ਨਹੀਂ ਕਰਦੇ, ਕਹਿੰਦੇ ਨੇ ਪ੍ਰਭ ਮੈਂ, ਵੀ ਪ੍ਰਭ ਵਿੱਚ, ਮੋਹ ਮੈਂ, ਮੇਰੇ ਵਿੱਚ, ਤੇ ਤਾਸ ਮੈਂ, ਰੰਚਕ ਨਹੀਂ ਪੇ, ਕਿ ਪ੍ਰਭੂ ਵਿੱਚ, ਮੇਰੇ ਵਿੱਚ ਤੇ ਉਹ ਖਾਲਸੇ ਵਿੱਚ ਬਿਲਕੁਲ ਵੀ ਭੇਦ ਨਹੀਂ ਹੈ। ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਇਸ ਖਾਲਸੇ ਉੱਪਰ, ਤਾਂ ਹੀ ਆਪਣੇ 4 ਪੁੱਤਰ ਵਾਰਤੇ। ਤੇ ਅਸੀਂ ਇਸ ਖੇਡ ਵਿੱਚ, ਨਿਆਰੀ ਖੇਡ ਵਿੱਚ ਕਿਉਂ ਨਾ ਪਈਏ? ਮਹਾਰਾਜ ਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਕਿਉਂ ਨਾ ਲਈਏ? ਕਿਉਂ ਨਾ ਆਪਣੇ ਨਾਮ ਅੱਗੇ ਇਹ ਨਾਮ ਲਗਵਾ ਲਈਏ ਕਿ ਸਨ ਆਫ, ਡਾਟਰ ਆਫ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ। ਜਦੋਂ ਉਹਨਾਂ ਦੇ ਧੀ ਪੁੱਤਰ ਹੋਵਾਂਗੇ, ਫਿਰ ਅਸੀਂ 18 ਸਿੱਧੀਆਂ 9 ਨਿਧੀਆਂ, ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਰਕਤਾਂ, ਤੇਗ ਬਹਾਦਰ ਸਿਮਰਿਆ ਕਰ 9 ਨਿਧ ਆਵੇ ਤਾਈ ਸਭ ਥਾਈ ਹੋਏ ਸਹਾਏ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਬਰਕਤਾਂ, 10 ਪਾਤਸ਼ਾਹਾਂ ਦੀ ਬਰਕਤਾਂ ਅਸੀਂ ਸਹਿਜੇ ਹੀ ਮਾਣਦੇ ਹਾਂ। ਦੇਖੋ, ਉਹ ਅਸੀਂ ਬਰਕਤਾਂ ਮਾਣਦੇ ਹੀ ਨਹੀਂ, ਅਸੀਂ ਬਰਕਤਾਂ ਵੰਡਣ ਵਾਲੇ ਬਣ ਜਾਂਦੇ ਹਾਂ। ਮਹਾਰਾਜ ਇੰਨੀ ਆਪਣੇ ਖਾਲਸੇ ਨੂੰ ਬਖਸ਼ਿਸ਼ ਕਰਦੇ ਨੇ ਕਿ ਸਿਰਫ ਮਾਣੋ ਹੀ ਨਾ, ਇਹਨੂੰ ਵੰਡੋ ਵੀ, ਕਿਉਂਕਿ ਇਹ ਵੰਡਣ ਨਾਲ ਖਤਮ ਨਹੀਂ ਹੁੰਦਾ, ਸਗੋਂ ਹੋਰ ਇਹ ਖਜ਼ਾਨਾ ਵੱਧਦਾ ਹੈ। ਮਹਾਰਾਜ ਦੀ ਕਿਰਪਾ ਨਾਲ ਅਸੀਂ ਕੱਲ੍ਹ ਕੇਸਾਂ ਦੀ ਮਹੱਤਤਾ ਦੀ ਵਿਚਾਰ ਕਰ ਰਹੇ ਸੀ ਕਿ ਅਸੀਂ ਕੇਸ ਰੱਖਣੇ, ਤੇ ਕੇਸ ਰੱਖਣੇ ਨਹੀਂ ਬਈ ਕੇਸਾਂ ਦੀ ਸੰਭਾਲ ਕਰਨੀ, ਅਸਲ ਵਿੱਚ ਸੰਭਾਲ ਕਰਨਾ। ਰੱਖਣੇ ਤੇ ਮਹਾਰਾਜ ਨੇ ਦਿੱਤੇ ਹੀ ਹੋਏ ਨੇ, ਅਸੀਂ ਸੰਭਾਲ ਕਰਨੀ, ਕੇਸਾਂ ਦੀ ਸੰਭਾਲ ਕਰਨੀ, ਤੇ ਕੇਸਗੀ ਨਾਲ, ਦਸਤਾਰ ਨਾਲ ਸੰਭਾਲ ਕਰਨੀ। ਦੇਖੋ, ਕੋਈ ਵੀ ਸਰੀਰ ਦਾ ਅੰਗ ਕੱਟ ਜਾਏ ਨਾ, ਦੁਬਾਰਾ ਉਹ ਵਾਪਸ ਆਉਂਦਾ ਨਹੀਂ ਹੈ, ਮਤਲਬ ਕੱਟ ਗਿਆ ਤੇ ਕੱਟ ਗਿਆ। ਲੇਕਿਨ ਕੇਸ ਮਹਾਰਾਜ ਤੁਸੀਂ ਕੱਟ ਵੀ ਦਿੰਦੇ ਹੋ ਨਾ, ਕਤਲ ਕਰ ਦਿੰਦੇ ਹੋ, ਫਿਰ ਉਹ ਕੇਸ ਇੱਕ ਸੀਮਾ ਤੱਕ, ਜਦ ਤੱਕ ਉਹਨਾਂ ਨੇ ਵਧਣਾ ਹੁੰਦਾ ਉਹ ਵਧਦੇ ਨੇ। ਮਹਾਰਾਜ ਨੇ ਕੋਈ ਬਰਕਤ ਰੱਖੀ ਹੋਏਗੀ, ਮਹਾਰਾਜ ਨੂੰ ਚਾਹੀਦੇ ਨੇ ਨਾ ਕੇਸ। ਇਹ ਕੇਸ ਨੇ ਜਿਹੜੇ, ਜਦੋਂ ਅਸੀਂ ਕੱਲ੍ਹ ਵਿਚਾਰ ਕੀਤੀ, ਐਂਟੀਨਾ ਦਾ ਕੰਮ ਕਰਦੇ ਨੇ। ਜਦੋਂ ਨਾਮ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤੇ ਜੋ ਬ੍ਰਹਮਾਂਡ ਵਿੱਚ ਊਰਜਾ ਪਰਮਾਤਮਾ ਵੱਲੋਂ ਵਿਆਪਕ ਹੈ ਉਹ ਵੀ ਖਿੱਚਦੇ ਨੇ, ਤੇ ਆਪਣੇ ਅੰਦਰ ਜੋ ਐਨਰਜੀ ਕ੍ਰੀਏਟ ਹੁੰਦੀ ਹੈ ਉਹਨੂੰ ਵੀ ਸੰਭਾਲ ਕੇ ਰੱਖਦੇ ਨੇ। ਇੱਕ ਇੱਕ ਰੋਮ ਉੱਪਰ ਸਾਡੇ ਜਿਹੜੇ ਇਹ ਰੋਮ ਨੇ, ਛਿੱਦਰ ਨੇ, ਮਹਾਰਾਜ ਨੇ ਇਹਨਾਂ ਉੱਪਰ ਜਿਹੜੇ ਸਾਨੂੰ ਇਹ ਛੋਟੇ ਛੋਟੇ ਰੋਮਾਂ ਉੱਪਰ ਬਾਲ ਬਖਸ਼ਿਸ਼ ਕੀਤੇ ਨੇ, ਉਹ ਵੀ ਸਾਡੀ ਰੱਖਿਆ ਕਰਦੇ ਨੇ ਪੂਰੇ ਸਰੀਰ ਅੰਦਰ। ਤਾਂ ਹੀ ਤੇ ਕਹਿੰਦਾ, 1 2 ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20। ਇੱਕ ਇੱਕ ਰੋਮ ਰਾਹੀਂ ਅਸੀਂ ਜਦੋਂ ਮੰਤਰ ਦਾ ਜਾਪ ਕਰਾਂਗੇ, ਤੇ ਇਹ ਸਾਰੀ ਜਿਹੜੀ ਐਨਰਜੀ ਹੈ ਸਾਡੇ ਅੰਦਰ ਸੰਭਲੀ ਰਹੇਗੀ। ਵੈਸੇ ਵੀ ਤੁਸੀਂ ਦੇਖੋ ਕਿ ਅੱਜ ਕੱਲ੍ਹ ਸਾਨੂੰ ਸੂਰਜ ਦੀ ਜਿਹੜੀਆਂ ਡੈਡੀਆਂ ਕਿਰਨਾਂ ਨੇ, ਕਹਿ ਲਓ, ਜਿਹੜੀ ਸਾਨੂੰ ਹਾਨੀ ਪਹੁੰਚਾਉਂਦੀਆਂ ਨੇ, ਅਗਰ ਸਾਡੀ ਸਕਿਨ ਨੰਗੀ ਹੁੰਦੀ ਹੈ ਨਾ, ਉੱਪਰ ਰੋਮਾਂ ਦੀ ਬੇਰਬੀ ਕੀਤੀ ਹੁੰਦੀ ਹੈ, ਤੇ ਸਾਨੂੰ ਜ਼ਿਆਦਾ ਸਨ ਬਲੌਕ ਲਗਾਉਣੇ ਪੈਣਗੇ। ਅਗਰ ਸਾਡੀ ਸਕਿਨ ਉੱਪਰ ਨੈਚੁਰਲੀ ਹੈ, ਤੇ ਇਹ ਸਾਡੀ ਰੱਖਿਆ ਕਰਨ ਵਾਸਤੇ ਵੇ, ਜਿਹੜੇ ਸਾਡੇ ਰੋਮ ਹੈਗੇ। ਤੇ ਮਹਾਰਾਜ ਨੇ ਇੰਨੀ ਬਖਸ਼ਿਸ਼ ਰੱਖੀ ਕਿ ਜਿਹੜਾ ਹੈ ਦਸਮ ਦੁਆਰ ਦਾ ਕੋ ਕਿ ਮੁਕਟ ਰੱਖਿਆ ਉੱਪਰ ਦਸਤਾਰ, ਇਹ ਇੱਕ ਸਟੈਬਲਾਈਜ਼ਰ ਦਾ ਕੰਮ ਕਰਦਾ ਹੈ। ਅਸੀਂ ਕੱਲ੍ਹ ਵਿਚਾਰ ਕੀਤੀ ਕਿ ਬਈ ਜਿਹੜਾ ਸਾਡਾ ਟੈਂਪਰੇਚਰ ਹੈ ਉਹ ਕੌਨਸਟੈਂਟ ਰੱਖਦਾ ਹੈ। ਐ ਨਹੀਂ ਕਿ ਇੱਕਦਮ ਠੰਡ ਵਿੱਚ ਗਏ, ਇੱਕਦਮ ਗਰਮੀ 'ਚ ਆਏ ਤੇ ਉਹ ਟੈਂਪਰੇਚਰ ਬਦਲੇਗਾ ਤੇ ਸਾਨੂੰ ਸਿਰ ਦੁਖਣਾ ਜਾਂ ਹੋਰ ਤਕਲੀਫਾਂ ਦਾ ਸਾਹਮਣਾ ਕਰਨਾ ਪਏਗਾ, ਨਹੀਂ, ਇਹ ਬਚਾ ਕੇ ਰੱਖਦਾ ਹੈ। ਹੋਰ ਇਹ ਜਿਹੜੀ ਦਸਤਾਰ ਹੈ ਸਾਡੀ ਗੈਰਤ ਦੀ, ਅਣਖ ਦੀ ਪ੍ਰਤੀਕ ਹੈਗੀ ਹੈ, ਸਾਡੇ ਸਨਮਾਨ ਦੀ ਪ੍ਰਤੀਕ ਹੈ। ਤਾਂ ਹੀ ਇੱਕ ਪਿਓ ਆਪਣੀ ਧੀ ਨੂੰ ਕਹਿੰਦਾ ਨਾ, ਮੇਰੀ ਪੱਗ ਦੀ ਲਾਜ ਰੱਖੀ, ਪੱਗ ਨਾ ਰੋਲੀ ਮੇਰੀ। ਜੇ ਅਸੀਂ ਕਿਸੇ ਕੋਲੋਂ ਕੁਝ ਬਖਸ਼ਵਾਉਣਾ ਹੁੰਦਾ ਤਾਂ ਅਸੀਂ ਕਹਿੰਦੇ ਵੀ ਮੇਰੀ ਪੱਗ ਦਾ ਸਵਾਲ ਹੈ। ਕਿਉਂ? ਪੱਗ ਪੁਰਾਣੇ ਟਾਈਮ ਤੋਂ ਇੱਕ ਸਨਮਾਨ ਦਾ ਪ੍ਰਤੀਕ ਹੈ, ਜਿਹਨੂੰ ਅਸੀਂ ਟੋਪੀ 'ਚ ਬਦਲੀ ਜਾ ਰਹੇ ਹਾਂ। ਕਿ ਅਸੀਂ ਆਪਣੇ ਸਨਮਾਨ ਨੂੰ ਕਾਇਮ ਨਹੀਂ ਰੱਖ ਸਕਦੇ? ਜਦੋਂ ਮੁਗਲਾਂ ਦਾ, ਤੁਰਕਾਂ ਦਾ ਰਾਜ ਸੀ, ਤੇ ਉਹਨਾਂ ਨੇ ਉਤਰਵਾਉਣ ਦੀ ਕੋਸ਼ਿਸ਼ ਕੀਤੀ ਕਿ ਪੱਗ ਨਹੀਂ ਸਜਾਣੀ, ਦੁਮਾਲੇ ਨਹੀਂ ਸਜਾਣੇ, ਤੇ ਸਾਰੇ ਜੰਗ ਹੋਏ ਕਿ ਨਹੀਂ ਜੀ ਕਿਉਂ ਨਹੀਂ ਸਜਾਣੇ, ਸਜਾਣੇ ਨੇ। ਅੱਜ ਉਹ ਕੋਈ ਸਮਾਂ ਹੀ ਨਹੀਂ ਹੈ, ਤਾਂ ਵੀ ਸਾਡੇ ਬੱਚੇ ਟੋਪੀਆਂ ਪਾਈ ਜਾ ਰਹੇ ਨੇ। ਕਿਉਂ ਪਾਈ ਜਾ ਰਹੇ ਨੇ ਬਈ? ਪੱਗ ਜਿਹੜੀ ਗੁਰੂ ਸਾਹਿਬ ਨੇ ਬਖਸ਼ੀ, ਦਸਤਾਰ ਸਥਾਨ ਬਣਿਆ ਹੋਇਆ। ਜਦੋਂ ਅਸੀਂ ਪੌਂਟਾ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਖਾਲਸੇ ਨੂੰ ਦਸਤਾਰਾਂ ਸਜਾਉਂਦੇ ਹੋਏ ਦੇਖ ਕੇ ਬੜੇ ਖੁਸ਼ ਹੁੰਦੇ ਸੀ ਕਿ ਬਈ ਇੱਥੇ ਮੇਰਾ ਖਾਲਸਾ ਦਸਤਾਰਾਂ ਸਜਾ ਰਿਹਾ। ਜਿਹੜੇ ਦੋਹਰੀ ਦਸਤਾਰਾਂ ਸਜਾ ਕੇ ਨਿਹੰਗ ਸਿੰਘ ਉੱਪਰੋਂ ਪਰਲਾ ਕੱਢਦੇ ਨੇ, ਉਹ ਨਿਸ਼ਾਨ ਸਾਹਿਬ ਦਾ ਪ੍ਰਤੀਕ ਹੈ ਕਿ ਨਿਸ਼ਾਨ ਸਾਹਿਬ ਝੂਲ ਰਿਹਾ। ਜਦੋਂ ਨਿਸ਼ਾਨ ਸਾਹਿਬ ਇੱਕ ਵਾਰੀ ਜੰਗ ਦੇ ਮੈਦਾਨ ਵਿੱਚ ਥੱਲੇ ਹੋ ਗਿਆ ਨਾ, ਜਿਹੜੇ ਸਿੰਘ ਦੇ ਹੱਥ ਵਿੱਚ ਸੀ, ਤੇ ਵੀ ਕਿਹਾ ਮਹਾਰਾਜ ਦੇ ਖਾਲਸੇ ਨੇ, ਸਿੰਘਾਂ ਨੇ, ਮਹਾਰਾਜ ਅੱਜ ਨਿਸ਼ਾਨ ਸਾਹਿਬ ਥੱਲੇ ਹੋ ਗਿਆ, ਜਿਹੜੇ ਸਿੰਘ ਦੇ ਹੱਥ ਸੀ ਉਹ ਘਾਇਲ ਹੋ ਗਿਆ। ਮਹਾਰਾਜ ਕਹਿੰਦੇ ਐਸਾ ਨਿਸ਼ਾਨ ਸਾਹਿਬ ਬਖਸ਼ ਦਿਆਂਗੇ ਜਿਹੜਾ ਝੂਲਦਾ ਹੀ ਰਹੇਗਾ।
ਤੇ ਦਸਤਾਰਾਂ ਦੋਹਰੀਆਂ ਸਜਾਈਆਂ ਗਈਆਂ, ਦਸਤਾਰਾਂ ਦੇ ਉੱਪਰ ਫਰਲੇ ਕੱਟੇ ਗਏ ਕਿ ਨਿਸ਼ਾਨ ਸਾਹਿਬ ਸਦਾ ਝੂਲਦਾ ਰਹਿਣਾ ਹੈ। ਅਸੀਂ ਬੋਲਦੇ ਤੇ ਬੜੇ ਜੋਸ਼ ਨਾਲ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਤੇ ਗੁਰੂ ਪੰਥ ਦੀ ਗੱਲ ਵੀ ਤੇ ਮੰਨਣੀ ਹੈ ਨਾ, ਅੰਮ੍ਰਿਤ ਦੀ ਦਾਤ ਲੈਣੀ ਹੈ ਤਾਂ ਹੀ ਇਹ ਨਿਸ਼ਾਨ ਝੂਲਦੇ ਰਹਿਣਗੇ। ਅਸੀਂ ਆਪਣਾ ਉਦਮ ਤੇ ਪਾਈਏ ਜੋ ਅਸੀਂ ਕਰ ਸਕਦੇ ਹਾਂ, ਅਸੀਂ ਆਪ ਛਕ ਲਈਏ ਇੰਨਾ ਹੀ ਬਹੁਤ ਹੈ ਬਸ। ਇਹ ਦੂਸਰੇ ਨੂੰ ਚਲੋ ਪ੍ਰੇਰਿਤ ਕਰਨਾ ਹੈ, ਵੈਸੇ ਕਹਿੰਦੇ ਨੇ ਕਿ 5 ਤੁਸੀਂ ਆਪ ਛਕੋ ਤੇ 5 ਜੀਆਂ ਨੂੰ ਹੋਰ ਜ਼ਰੂਰ ਪ੍ਰੇਰਿਤ ਕਰੋ। ਤੁਸੀਂ ਇੱਕ ਉਦਮ ਕਰੋ, ਆਪਸ ਵਿੱਚ ਸੰਗਤ ਬੈਠੇ ਆ, ਪਰ ਅਗਰ ਸਾਡੇ ਕੋਲ ਉਹ ਅਵਸਥਾ ਨਹੀਂ ਆ ਰਹੀ ਤੇ ਕਮ ਸੇ ਕਮ ਅਸੀਂ ਆਪ ਤੇ ਆਪਣਾ ਉਦਮ ਪਾ ਲਈਏ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਪੰਥ ਮਹਾਰਾਜ ਕੇ ਨਿਸ਼ਾਨ ਝੂਲਦੇ ਤੇ ਤਾਂ ਰਹਿਣਗੇ ਜੇ ਸਾਡੇ ਸੀਸ ਉੱਪਰ ਝੂਲਦੇ ਹੋਣਗੇ, ਤੇ ਅਸੀਂ ਆਪ ਕੁਰਹਿਤ ਵੱਲ ਨਹੀਂ ਚੱਲ ਪਾਵਾਂਗੇ। ਤੇ ਮਹਾਰਾਜ ਦੇਖੋ ਇਹ ਜਿਹੜਾ ਗੁੰਬਦ ਬਣਿਆ ਹੋਇਆ ਹੈ, ਇੱਕ ਤਰ੍ਹਾਂ ਦਾ ਸਾਡਾ ਦਸਮ ਦੁਆਰ ਦਾ ਹੀ ਪੂਰਾ ਬਣਿਆ ਹੋਇਆ ਆਕਾਰ, ਕਿ ਬਈ ਇਸ ਤਰ੍ਹਾਂ ਦਸਮ ਦੁਆਰੇ ਉੱਪਰ ਉਹ ਜਿਹੜਾ ਇੱਕ ਅਲੱਗ ਤੋਂ ਨਿਕਲਿਆ ਛੋਟਾ ਗੁੰਬਦ ਸਮਝੋ ਸਾਡਾ ਜੂੜਾ ਹੈਗਾ, ਜਿਹੜਾ ਸਾਡਾ ਐਂਟੀਨਾ ਦਾ ਕੰਮ ਕਰ ਰਿਹਾ ਹੈ। ਤੇ ਦਸਮ ਦੁਆਰ ਅੰਦਰ ਮਹਾਰਾਜ ਆਤਮ ਸਰੂਪ ਵਿੱਚ ਵਿਦਿਆਮਾਨ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈਗਾ। ਤੇ ਇਹ ਜਿਹੜਾ ਜੀਵਾਂ ਨਾਲ ਅਸੀਂ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਮੰਤਰ ਜਦੋਂ ਪੜ੍ਹਦੇ ਹਾਂ ਤੇ ਮਹਾਰਾਜ ਇੰਨੀ ਬਰਕਤ ਪਾਉਂਦੇ ਨੇ ਕਿ ਅੰਦਰੋਂ ਫਿਰ ਉੱਥੇ ਅੰਮ੍ਰਿਤ ਵੰਡੀਏ, ਉੱਥੋਂ ਫਿਰ ਝਰਨੇ ਫੁੱਟਦੇ ਨੇ ਅੰਮ੍ਰਿਤ ਦੇ ਅੰਦਰੋਂ। ਇਹ ਸਾਰੀ ਖੇਡ ਵਿੱਚ ਤਾਂ ਜਾਵਾਂਗੇ ਜੇ ਅਸੀਂ ਗੁਰਮੰਤਰ ਲਵਾਂਗੇ ਮਹਾਰਾਜ ਪਾਸੋਂ, ਇਹ ਵਾੜ ਲਗਾਵਾਂਗੇ 5 ਬਾਣੀਆਂ ਦੀ, 5 ਕਕਾਰਾਂ ਦੀ ਰਹਿਤ ਮਰਿਆਦਾ ਵਿੱਚ ਉਤਰਾਂਗੇ ਤਾਂ। ਫਿਰ ਮਹਾਰਾਜ ਨੇ ਇਹ ਅੱਗੋਂ ਦੀ ਕੇਸਕੀ ਤੋਂ ਬਾਅਦ ਮਹਾਰਾਜ ਨੇ ਬਾਹਰੋਂ ਜਿਹੜਾ ਸਾਨੂੰ ਬਖਸ਼ਿਆ ਉਹ ਦੂਸਰਾ ਕਕਾਰ ਜਿਵੇਂ ਬਖਸ਼ਿਆ ਕੰਗਾ। ਕੰਗਾ ਕਿਸ ਗੱਲ ਦਾ ਪ੍ਰਤੀਕ ਹੈ ਕਿ ਇੱਕ ਸਿੱਖ ਹੈ ਜਿਹੜਾ ਉਹ ਸੁਚੱਜੇ ਢੰਗ ਨਾਲ ਰਹਿੰਦਾ ਹੈ, ਸੁਚਤਮ ਨਾਲ ਰਹਿੰਦਾ ਹੈ। ਸਫਾਈ ਕੋ ਕਿ ਜਿਹੜੀ ਕਾਦਰ ਨੇ ਕੁਦਰਤ ਰਚੀ ਹੈ, ਇੱਕ ਸੁਚੱਜੀ ਸੋਹਣੀ ਰਚੀ ਹੈ। ਜੋ ਅਸੀਂ ਵਿਗਾੜ ਕਰਦੇ ਹਾਂ ਜਾਂ ਪੋਲੂਸ਼ਨ ਕਰਦੇ ਹਾਂ ਉਹ ਅਸੀਂ ਆਪ ਕਰਦੇ ਹਾਂ। ਤੇ ਮਹਾਰਾਜ ਨੇ ਇਸ ਕੰਗੇ ਨੂੰ ਇੱਕ ਇਹ ਵੀ ਪ੍ਰਤੀਕ ਬਣਾਇਆ ਕਿ ਤੁਸੀਂ ਜਿਹੜੀ ਉਲਝਣਾਂ ਹੁੰਦੀਆਂ ਨੇ ਕੇਸਾਂ ਨੂੰ ਸਵਾਰ ਕੇ ਦੋਨੋਂ ਵਕਤ ਕੰਗਾ ਕਰੋ। ਦੋਨੋਂ ਵਕਤ ਕੰਗਾ ਕਰਕੇ ਤੁਸੀਂ ਆਪਣੇ ਜਿਹੜੀ ਉਹਨੂੰ ਸਮਝੋ ਕਿ ਜਿਹੜੀ ਉਲਝਣਾਂ ਨੇ, ਅਸੀਂ ਜਿਹੜੇ ਕੇਸਾਂ ਦਾ ਕਤਲ ਕਿਉਂ ਕਰਾਉਂਦੇ ਹਾਂ, ਸਾਡੇ 'ਚ ਇੰਨੀ ਪੇਸ਼ੈਂਸ ਨਹੀਂ ਹੈ ਕਿ ਅਸੀਂ ਉਹਨਾਂ ਦੀ ਦੇਖਭਾਲ ਕਰ ਸਕੀਏ। ਤੇ ਮਹਾਰਾਜ ਕਹਿੰਦੇ ਨੇ ਕਿ ਤੁਹਾਡੇ ਅੰਦਰ ਤਾਂ ਪੇਸ਼ੈਂਸ ਆਏਗੀ ਜੇ ਤੁਸੀਂ ਇਹ ਕੇਸਾਂ ਨੂੰ ਸੰਭਾਲ ਕੇ ਰੱਖੋਗੇ। ਇਹਦੇ ਅੰਦਰ ਫਿਰ ਇੰਨੀ ਪੇਸ਼ੈਂਸ ਆਏਗੀ, ਜਿਹੜੀ ਅੜੰਗਣਾ ਹੁੰਦੀਆਂ ਨੇ ਅਸੀਂ ਉਤਾਰਦੇ ਹਾਂ ਉਹਨਾਂ ਨੂੰ ਸਮਝੋ ਕਿ ਜੀਵਨ ਵਿੱਚ ਸਾਨੂੰ ਜਿਹੜੀਆਂ ਵਿਪੱਤੀਆਂ ਜਾਂ ਪਰਿਸਥਿਤੀਆਂ ਸਾਡੇ ਕਰਮਾਂ ਦੇ ਅਨੁਸਾਰ ਸਾਨੂੰ ਮਿਲਦੀਆਂ ਨੇ। ਤੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਕੰਗੇ ਨਾਲ ਆਪਣੇ ਵਾਲ ਸੁਲਝਾਉਂਦੇ ਹੋ, ਆਪਣੇ ਕੇਸ ਸਾਫ਼ ਕਰਦੇ ਹੋ ਤੇ ਤੁਹਾਡਾ ਜਿਹੜਾ ਸਰੀਰ ਜਿਹੜਾ ਦਿਮਾਗ ਹੈ ਨਾ ਉਹ ਹਲਕਾ ਹੋ ਜਾਂਦਾ ਹੈ। ਤੁਸੀਂ ਕਦੀ ਵੀ ਨੋਟਿਸ ਕਰਨਾ ਘਰ ਜਾ ਕੇ ਜਾਂ 1-2 ਦਿਨ ਤੱਕ ਜਦੋਂ ਤੁਸੀਂ ਦੇਖੋ ਇਸ ਖੇਡ ਨੂੰ ਕਿ ਜਦੋਂ ਤੁਸੀਂ ਲੱਕੜੀ ਦਾ ਜਿਹੜਾ ਕੰਗਾ ਮਹਾਰਾਜ ਨੇ ਬਖਸ਼ਿਆ, ਤੁਸੀਂ ਬਹੁਤ ਥੱਕੇ ਹੋਏ ਹੋ ਤੇ ਤੁਸੀਂ ਆਪਣੇ ਸਿਰ ਵਿੱਚ ਉਹ ਮਹਾਰਾਜ ਦਾ ਕੰਗਾ ਪਿਆਰ ਨਾਲ ਫੇਰਨਾ ਹੈ, ਉੱਪਰੋਂ ਦੀ ਲੈ ਕੇ ਥੱਲੇ ਤੱਕ, ਥੱਲੇ ਤੋਂ ਲੈ ਕੇ ਉੱਪਰ ਤੱਕ, ਦਾएं ਬਾएं ਐਵੇਂ ਕਰਕੇ ਨਾ, ਸੱਜੇ ਖੱਬੇ ਸਾਰੇ ਪਾਸੇ ਐਵੇਂ ਚੰਗੀ ਤਰ੍ਹਾਂ ਜਦੋਂ ਕੰਗਾ ਕਰੋਗੇ ਤੁਸੀਂ ਦੇਖੋਗੇ ਕਿ ਉਸ ਕੰਗੇ ਦੀ ਮਸਾਜ ਨਾਲ ਤੁਹਾਡਾ ਸਿਰ ਬਿਲਕੁਲ ਹਲਕਾ ਹੋ ਗਿਆ, ਤੁਹਾਡੇ ਅੰਦਰ ਦੁਬਾਰਾ ਕੰਮ ਕਰਨ ਦੀ ਤਾਕਤ ਪੈਦਾ ਹੋ ਗਈ ਹੈ। ਤੁਸੀਂ ਐਵੇਂ ਫੀਲ ਕਰੋਗੇ ਜਿਵੇਂ ਅਸੀਂ ਫਰੈਸ਼ ਹੋ ਗਏ ਹਾਂ। ਇੱਕ ਵਾਰੀ ਕਰਕੇ ਵੇਖ ਲੈਣਾ, ਫਿਰ ਕੱਲ ਆ ਕੇ ਦੱਸਣਾ ਕਿ ਵਾਕਈ ਇਸ ਤਰ੍ਹਾਂ ਹੋਇਆ ਸੀ ਕਿ ਨਹੀਂ ਹੋਇਆ ਸੀ। ਉਹ ਫਰੈਸ਼ਨੈਸ ਆ ਜਾਂਦੀ ਹੈ ਕਿ ਦੁਬਾਰਾ ਅਸੀਂ ਕੰਮ ਕਰਨ ਨੂੰ ਤਿਆਰ ਹਾਂ, ਜੁਝਾਰੂ ਅਸੀਂ ਸਿੰਘ ਦੁਬਾਰਾ ਤਿਆਰ ਹਾਂ। ਤੇ ਮਹਾਰਾਜ ਨੇ ਕਿਹਾ ਕਿ ਬਈ ਇਸ ਕੰਗੇ ਦੀ ਰਮਜ ਨੂੰ ਸਮਝੋ, ਜੀਵਨ ਜੋ ਪਰਿਸਥਿਤੀਆਂ ਵਿਪੱਤੀਆਂ ਆਉਂਦੀਆਂ ਉਹਨਾਂ ਦਾ ਸਾਹਮਣਾ ਕਰੋ, ਉਹਨਾਂ ਨੂੰ ਸੁਲਝਾਓ, ਫਿਰ ਅੱਗੇ ਵਧੋ। ਮਹਾਰਾਜ ਦੀ ਕਿਰਪਾ ਨਾਲ ਜੋ ਮਹਾਰਾਜ ਮੱਤ ਦੇ ਰਹੇ ਨੇ ਗੁਰਮਤ ਅਨੁਸਾਰ ਅੱਗੇ ਵਧੋ। ਤੇ ਜਿਹੜਾ ਕੰਗਾ ਹੈ ਉਹ ਸ਼ਹੀਦ ਸਿੰਘਾਂ ਦਾ ਵੀ ਯਾਦ ਦਿਲਾਉਂਦਾ ਹੈ। ਜਦੋਂ ਧੰਨ ਭਾਈ ਮਤੀ ਦਾਸ ਜੀ ਸ਼ਹੀਦੀ ਦੇਣ ਲੱਗੇ ਤੇ ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਇਹ ਜਿਹੜੀ ਸ਼ਹੀਦੀ ਦਾ ਕੋਈ ਮੁੱਲ ਪਏਗਾ ਨਾ ਪੰਥ ਵਿੱਚ। ਤੇ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਚਿੰਤਾ ਨਾ ਕਰੋ, ਇਹ ਤੁਹਾਡੀ ਸ਼ਹੀਦੀ ਨੂੰ ਸਿਰ ਦਾ ਤਾਜ ਬਣਾ ਕੇ ਰੱਖਾਂਗੇ। ਭਾਈ ਮਤੀ ਦਾਸ ਜੀ ਨੂੰ ਲੱਕੜੀ ਦੇ ਆਰੇ ਨਾਲ ਜਿਹੜਾ ਨਾ ਉੱਥੇ ਚੀਰਿਆ ਗਿਆ ਸੀ ਤੇ ਸਾਡੇ ਜਿਹੜੇ ਕੰਗੇ ਦੀਆਂ ਜਿਹੜੀਆਂ ਦੰਦਾਂ ਅੱਗੋਂ ਨਿਕਲਦੀਆਂ ਨੇ ਉਹ ਵੀ ਚੀਰ ਕੇ ਹੀ ਬਣਦਾ ਨਾ। ਤੇ ਉਹਨੂੰ ਕੰਗੇ ਨੂੰ ਜਿਵੇਂ ਭਾਈ ਮਤੀ ਦਾਸ ਜੀ ਦਾ ਸ਼ਹੀਦ ਸਿੰਘਾਂ ਦੀ ਯਾਦ ਦਿਲਾਉਂਦਾ ਹੈ ਕਿ ਸਾਡੇ ਸਿਰ ਦਾ ਤਾਜ ਨਹੀਂ ਹੈ ਸ਼ਹੀਦੀਆਂ। ਜਿਹੜਾ ਲੱਕੜੀ ਦਾ ਕੰਗਾ ਹੁੰਦਾ ਹੈ ਜਦੋਂ ਅਸੀਂ ਉਹਨੂੰ ਆਪਣੇ ਸਿਰ ਵਿੱਚ ਫੇਰਦੇ ਹਾਂ ਤੇ ਜਿਹੜੀ એનર્ਜੀ
ਜਿਹੜੀ ਸਾਡੇ ਅੰਦਰ ਸਿਰ ਵਿੱਚ ਹੁੰਦੀ ਹੈ, ਕੋ ਕਿ ਸਾਡੇ ਸਕੈਲਪ ਵਿੱਚ, ਸਿਰ ਦੇ ਉੱਪਰ ਤਾਲੂ ਵਿੱਚ ਹੁੰਦੀ ਹੈ, ਉਹਨੂੰ ਅੰਦਰ ਹੀ ਸੰਜੋ ਕੇ ਰੱਖਦਾ ਹੈ, ਐ ਨਹੀਂ ਕਿ ਉਹਨੂੰ ਬਾਹਰ ਚਲੀ ਜਾਏ। ਤੇ ਐਸੇ ਆਇਲਸ ਜਿਹੜੇ ਕਹਿੰਦੇ ਤੇਲ ਨੇ, ਉਹ ਅੰਦਰੋਂ ਦੀ ਜਦੋਂ ਰਗੜ ਖਾਂਦੇ ਨੇ ਨਾ ਦੰਦੇ ਉਹਦੇ ਸਿਰ ਨਾਲ, ਐਸੇ ਆਇਲਸ ਕ੍ਰੀਏਟ ਹੁੰਦੇ ਨੇ ਅੰਦਰ, ਜਿਹੜੇ ਸਾਡੇ ਅੰਦਰੋਂ ਤਵਚਾ ਚੋਂ ਹੀ ਨਿਕਲਦੇ ਨੇ, ਜਿਹੜੇ ਸਾਡੀ ਸਕੈਲਪ ਵਾਸਤੇ ਬਹੁਤ ਚੰਗੇ ਮੰਨੇ ਜਾਂਦੇ ਨੇ। ਅੱਜ ਕੱਲ੍ਹ ਅਗਰ ਤੁਸੀਂ ਘਰ ਜਾ ਕੇ ਹੁਣ ਆਪਣੇ ਗੂਗਲ ਤੇ ਸਰਚ ਕਰਨਾ ਕਿ ਲੱਕੜੀ ਦੇ ਕੰਘੇ ਚਾਹੇ ਕੋਈ ਸਿੱਖ ਹੈ ਕਿ ਨਹੀਂ ਹੈ, ਉਹ ਖਰੀਦ ਰਿਹਾ। ਸਾਇੰਟੀਫਿਕਲੀ ਪ੍ਰੂਫ ਹੋ ਚੁੱਕਿਆ ਹੈ ਕਿ ਪਲਾਸਟਿਕ ਦੇ ਕੰਘੇ ਨਾਲੋਂ, ਮੋਮ ਨਾਲੋਂ ਜਿਹੜਾ ਹੈ ਉਹ ਲੱਕੜ ਦਾ ਬਣਿਆ ਹੋਇਆ ਕੰਘਾ ਜ਼ਿਆਦਾ ਵਧੀਆ ਹੈ। ਤੁਸੀਂ ਦੇਖਣਾ ਕਿ ਨਿੰਮ ਦੇ, ਸੈਂਡਲਵੁੱਡ ਦੇ ਸਾਰੇ ਕੰਘੇ ਅੱਜ ਤੁਹਾਨੂੰ ਗੂਗਲ ਤੇ ਵਿਕਦੇ ਹੋਏ ਮਿਲਣਗੇ। ਕੰਪਨੀਆਂ ਬਣ ਗਈਆਂ ਨੇ, ਬ੍ਰਾਂਡ ਬਣ ਗਏ ਨੇ, ਤੇ ਸਾਡੇ ਮਹਾਰਾਜ ਨੇ ਸਾਨੂੰ ਪਹਿਲੀ ਬ੍ਰਾਂਡ ਬਖਸ਼ਿਆ ਸੀ, ਪਰ ਅਸੀਂ ਤਾਂ ਵੀ ਉਹ ਪਲਾਸਟਿਕ ਦੇ ਕੰਘੀਆਂ ਵਰਤੀ ਜਾ ਰਹੇ ਹਾਂ। ਜਿਨ੍ਹਾਂ ਨੇ ਅੰਮ੍ਰਿਤ ਦਾਤ ਲਈ ਉਹ ਵੀ ਧਿਆਨ ਕਰਨ ਕਿ ਅਸੀਂ ਲੱਕੜ ਦੇ ਕੰਘੇ ਨਾਲ ਹੀ ਕੰਘੀ ਕਰਨੀ ਹੈ, ਤੇ ਮਹਾਰਾਜ ਨੇ ਜੋ ਸਾਨੂੰ ਦਾਤ ਬਖਸ਼ੀ ਹੈ ਉਹਦੀ ਸੰਭਾਲ ਕਰਨੀ ਹੈ। ਇਹ ਕੇਸ, ਕੇਸਗੀ ਤੇ ਫਿਰ ਕੰਘਾ, ਇਹਨਾਂ ਸਾਰਿਆਂ ਦਾ ਜਿਹੜਾ ਪ੍ਰਕਿਰਤੀ ਨਾਲ ਫਿਰ ਇਹ ਗਹਿਰਾ ਸੰਬੰਧ ਮੰਨਿਆ ਕਿ ਅਸੀਂ ਜੁਝਾਰੂ ਸਿੰਘ ਬਣ ਕੇ ਰਹੀਏ, ਸਾਡੇ 'ਚ ਇੰਨੀ ਸਹਿਣ ਸ਼ਕਤੀ ਹੋਏ। ਅਸੀਂ ਜਿਵੇਂ ਇੱਕ ਬੱਚੇ ਦੀ ਪਾਲਣਾ ਕਰਦੇ ਹਾਂ ਆਪਣੇ, ਤੇ ਉਹਦਾ ਜੂੜਾ ਜਦੋਂ ਅਸੀਂ ਸਵਾਰਦੇ ਹਾਂ, ਧੋਂਦੇ ਹਾਂ, ਉਹਨੂੰ ਪਿਆਰ ਨਾਲ ਬੱਚੇ ਨੂੰ ਪਾਲਣਾ ਕਰਦੇ ਹਾਂ, ਜਦੋਂ ਅਸੀਂ ਬਾਣੀ ਪੜ੍ਹ ਕੇ ਉਹਦੇ ਕੇਸਾਂ ਨੂੰ ਹੱਥ ਲਗਾਉਂਦੇ ਹਾਂ ਨਾ, ਤੇ ਬਾਣੀ ਪੜ੍ਹ ਕੇ ਉਹਦਾ ਸਿਰ ਜਦੋਂ ਧੁਲਵਾਉਂਦੇ ਹਾਂ, ਫਿਰ ਉਹ ਕੇਸ ਹਰੇ ਕਰਦੇ ਨੇ। ਕੇਸ ਹਰੇ ਕਰਨੇ ਮਤਲਬ ਕੇਸ ਸੁਕਾਣੇ। ਜਦੋਂ ਧੁੱਪੇ ਬੈਠ ਕੇ ਕੇਸ ਹਰੇ ਕਰਦੇ ਆ ਤੇ ਕੇਸ ਸਾਡੇ ਸੁੱਚੇ ਨੇ, ਤੇ ਉਹ ਵਿਟਾਮਿਨ ਡੀ ਸਭ ਤੋਂ ਜ਼ਿਆਦਾ ਗ੍ਰਹਿਣ ਕਰਦੇ, ਬਜਾਏ ਕਿ ਉਹ ਦੂਸਰਾ ਜਿਨ੍ਹਾਂ ਨੇ ਕੇਸ ਸੁੱਚੇ ਨਹੀਂ ਰੱਖੇ ਹੋਏ, ਉਹਨਾਂ ਦੀ ਜਗ੍ਹਾ ਤੇ ਜਿਨ੍ਹਾਂ ਦੇ ਕੇਸ ਸੁੱਚੇ ਨੇ ਉਹ ਵਿਟਾਮਿਨ ਡੀ ਜ਼ਿਆਦਾ ਗ੍ਰਹਿਣ ਕਰਦੇ ਨੇ। ਔਰ ਅੱਜ ਕੱਲ੍ਹ ਸਾਨੂੰ ਵਿਟਾਮਿਨ ਡੀ ਦੀ ਕਮੀ ਦੀ ਡੈਫੀਸ਼ੀਐਂਸੀ ਸਭ ਤੋਂ ਜ਼ਿਆਦਾ ਜਦੋਂ ਅਸੀਂ ਕੋਈ ਵੀ ਟੈਸਟ ਕਰਾਉਂਦੇ ਹਾਂ ਤਾਂ ਨਿਕਲਦੀ। ਜਦੋਂ ਬੱਚੇ ਦੀ ਪਾਲਣਾ ਕਰ ਰਹੇ ਹਾਂ ਤੇ ਗੁਰਬਾਣੀ ਪੜ੍ਹ ਕੇ ਉਹਦੇ ਕੇਸਾਂ ਨੂੰ ਸੰਭਾਲ ਰਹੇ ਹਾਂ, ਤੇ ਉਹ ਗੁਰਬਾਣੀ ਉਹਦੇ ਅੰਦਰ ਜਾ ਰਹੀ ਹੈ, ਉਹ ਸੁਣ ਰਿਹਾ ਹੈ, ਉਹ ਪਿਆਰ ਨਾਲ ਆਪਣੀ ਸੰਭਾਲ ਕਰਾ ਰਿਹਾ, ਤੁਹਾਡੇ ਕੋਲੋਂ ਲਾਡ ਲੈ ਰਿਹਾ ਹੈ, ਤੇ ਯਕੀਨ ਕਰੋ ਉਹ ਬੱਚਾ ਤੁਹਾਡੇ ਕਹਿਣੇ 'ਚ ਰਹੇਗਾ। ਉਹ ਬੱਚਾ ਇੱਕ ਅਲੱਗ ਤਰ੍ਹਾਂ ਦਾ ਹੋਏਗਾ ਜਿਹੜਾ ਦੁਨਿਆਵੀ ਬੱਚਾ ਹੈ ਉਸ ਤੋਂ, ਜਿਹਦੀ ਪਾਲਣਾ ਇਸ ਤਰ੍ਹਾਂ ਨਹੀਂ ਹੋਈ ਨਾ, ਗੁਰਬਾਣੀ ਦੀ ਰੋਸ਼ਨੀ ਵਿੱਚ, ਕੋ ਗੁਰਬਾਣੀ ਦੀ ਗੋਦ ਵਿੱਚ ਨਹੀਂ ਹੋਈ, ਉਸ ਬੱਚੇ ਤੋਂ ਉਹ ਬੱਚਾ ਵਿਲੱਖਣ ਹੋਏਗਾ ਜਿਹਦੀ ਪਾਲਣਾ ਗੁਰਬਾਣੀ ਵਿੱਚ ਹੋਈ ਹੈ। ਜਦੋਂ ਅਸੀਂ ਉਹਦੇ ਕੇਸਾਂ ਦਾ ਜੂੜਾ ਕਰਨਾ ਹੈ ਤੇ ਗੁਰਬਾਣੀ ਪੜ੍ਹਨੀ ਹੈ, ਮੂਲ ਮੰਤਰ ਪੜ੍ਹਨਾ ਹੈ, ਵਾਹਿਗੁਰੂ ਮੰਤਰ ਪੜ੍ਹਨਾ ਹੈ, ਜਦੋਂ ਉਹਦੇ ਕੇਸ ਧਵਾਣੇ ਨੇ ਤਾਂ ਪੜ੍ਹਨਾ ਹੈ। ਤੇ ਇਸ ਤਰ੍ਹਾਂ ਜਦੋਂ ਗੁਰਬਾਣੀ ਉਹਦੇ ਅੰਦਰ ਜਾਂਦੀ ਹੈ ਤੇ ਉਹ ਸਾਡੇ ਕਹਿਣੇ 'ਚ ਰਹਿੰਦਾ, ਫਿਰ ਸਾਨੂੰ ਰੋਣਾ ਨਹੀਂ ਪੈਂਦਾ ਜਗ੍ਹਾ ਜਗ੍ਹਾ ਜਾ ਕੇ ਕਿ ਸਾਡੇ ਬੱਚੇ ਸਾਡੇ ਕਹਿਣੇ ਵਿੱਚ ਨੇ। ਸਾਡੇ ਬੱਚੇ ਸਾਡੇ ਕਹਿਣੇ ਵਿੱਚ ਹੁੰਦੇ ਨੇ ਜਦੋਂ ਅਸੀਂ ਆਪ ਆਪਣੇ ਮਾਂ ਪਿਓ ਦੇ ਕਹਿਣੇ ਵਿੱਚ, ਆਪਣੇ ਗੁਰੂ ਦੇ ਕਹਿਣੇ ਵਿੱਚ ਹੁੰਦੇ ਹਾਂ। ਅਸੀਂ ਆਪ ਆਪਣੇ ਗੁਰੂ ਦੇ ਕਹਿਣੇ ਵਿੱਚ ਨਹੀਂ। ਗੁਰੂ ਸਾਹਿਬ ਕਹਿ ਰਹੇ ਨੇ ਪ੍ਰਥਮ ਰਹਿਤੀ ਹੈ ਜਾਨ ਖੰਡੇ ਕੀ ਪੋਲ ਛੱਕੇ, ਅਸੀਂ ਛੱਕਦੇ ਨਹੀਂ, ਫਿਰ ਅਸੀਂ ਕਹਿੰਦੇ ਸਾਡੇ ਬੱਚੇ ਸਾਡੇ ਕਹਿਣੇ 'ਚ ਨਹੀਂ। ਪਹਿਲੇ ਅਸੀਂ ਆਪ ਕਹਿਣੇ ਚਾਹੀਏ, ਫਿਰ ਸਾਡੇ ਬੱਚੇ ਸਾਡੇ ਕਹਿਣੇ 'ਚ ਆ ਜਾਣਗੇ, ਮਹਾਰਾਜ ਆਪ ਹੀ ਬਰਕਤ ਪਾਣਗੇ। ਮਹਾਰਾਜ ਕਹਿੰਦੇ ਕਿ ਖਾਲਸੇ ਦੀ ਰੱਖਿਆ ਕਰਨ ਦਾ ਮਹਾਰਾਜ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਅਰਦਾਸ ਕਰਦੇ ਹਾਂ ਪਰ ਖਾਲਸੇ ਦੀ ਖੇਡ ਵਿੱਚ ਨਹੀਂ ਪੈਂਦੇ। ਹੁਣ ਜਦੋਂ ਖੇਡ ਵਿੱਚ ਪਏ ਹੋਵਾਂਗੇ ਨਾ ਤੇ ਅਰਦਾਸ ਫਿਰ ਕਾਮਯਾਬ ਹੈ ਸਾਡੇ ਵਾਸਤੇ, ਫਿਰ ਸਾਡੇ ਵਾਸਤੇ ਹੋ ਰਹੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਜਦ ਤੱਕ ਮਹਾਰਾਜ ਸਾਡੀ ਰੱਖਿਆ ਨਹੀਂ ਕਰਦੇ, ਸਾਡੇ ਕਰਮਾਂ 'ਚ ਸਾਨੂੰ ਰਿਆਇਤ ਨਹੀਂ ਬਖਸ਼ਿਸ਼ ਕਰਦੇ, ਅਸੀਂ ਬਖਸ਼ੇ ਹੀ ਨਹੀਂ ਜਾ ਸਕਦੇ। ਗੁਰ ਪ੍ਰਸਾਦ ਨਾਲ ਹੀ ਬਖਸ਼ੇ ਜਾ ਸਕਦੇ ਹਾਂ, ਮਹਾਰਾਜ ਦੇ ਬਖਸ਼ਿਤ ਸੁਭਾਅ ਨਾਲ ਬਖਸ਼ੇ ਜਾ ਸਕਦੇ ਹਾਂ, ਦਿਆਲੁਤਾ ਨਾਲ ਬਖਸ਼ੇ ਜਾ ਸਕਦੇ ਹਾਂ, ਰਿਆਇਤ ਨਾਲ ਬਖਸ਼ੇ ਜਾ ਸਕਦੇ ਹਾਂ। ਜੇ ਆਪਣੇ ਕਰਮਾਂ ਦੇ ਨਿਬੇੜੇ ਤੇ ਚੱਲਾਂਗੇ ਤੇ ਕਦੀ ਨਹੀਂ ਬਖਸ਼ੇ ਜਾਵਾਂਗੇ। ਇੱਕ ਕਹਿੰਦੇ ਕਿ ਭਗਤ ਹੋਇਆ, ਉਹਨੇ ਬੜੇ ਕਿੰਨੇ ਵਰਿਆਂ ਤੱਕ ਇੱਕ ਪੱਥਰ ਤੇ ਬੈਠ ਕੇ ਤਪ ਕੀਤਾ। ਜਦੋਂ ਪਰਮਾਤਮਾ ਪ੍ਰਗਟ ਹੋਏ, ਉਹਨਾਂ ਨੇ ਪੁੱਛਿਆ ਕਿ ਮੰਗੋ ਵਰ ਕੀ ਬਖਸ਼ਦੀ ਹੈ ਤੁਹਾਨੂੰ, ਵੀ ਕੀ ਮੰਗਦੇ ਹੋ? ਉਸ ਟਾਈਮ ਨਾ ਉਹ ਭਗਤ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹ ਕਹਿੰਦਾ ਨਹੀਂ ਮੈਂ ਆਪਣੇ ਵੱਲੋਂ ਕੁਝ ਨਹੀਂ ਮੰਗਦਾ, ਜੋ ਮੈਂ ਭਗਤੀ ਕੀਤੀ ਹੈ ਨਾ ਇਹਦੇ ਬਦਲੇ ਜੋ ਮਿਲ ਸਕਦਾ ਉਹ ਦੇ ਦਿਓ। ਤੇ ਪਰਮਾਤਮਾ ਨੇ ਮੁਸਕਰਾ ਕੇ ਕਹਿੰਦੇ, ਅਕਾਲ ਪੁਰਖ ਨੇ ਕਿਹਾ ਨਹੀਂ ਤੁਸੀਂ ਮੰਗ ਲਓ। ਕਹਿੰਦੇ ਨਹੀਂ, ਜਿੰਨੀ ਮੈਂ ਭਗਤੀ ਕੀਤੀ ਹੈ, ਜਿੰਨੇ ਸਾਲ ਇਸ ਪੱਥਰ ਤੇ ਬੈਠ ਕੇ, ਉਹਦੇ ਬਦਲੇ ਜੋ ਮਿਲ ਸਕਦਾ ਉਹ ਦੇ ਦਿਓ। ਮਹਾਰਾਜ ਕਹਿੰਦੇ ਫਿਰ ਤੂੰ ਪੱਥਰ ਬਣ ਜਾ, ਜਿਹੜੇ ਪੱਥਰ ਤੇ ਬਹਿ ਕੇ ਭਗਤੀ ਕੀਤੀ ਹੈ ਨਾ, ਹੁਣ ਇਸ ਪੱਥਰ ਨੇ ਆਪਣਾ ਬਦਲਾ ਲੈਣਾ ਤੇਰੇ ਕੋਲੋਂ। ਫਿਰ ਜੇ ਅਸੀਂ ਬਖਸ਼ੇ ਹੀ ਨਹੀਂ ਜਾ ਸਕਦੇ ਆਪਣੇ ਕੀਤੇ ਕਰਮਾਂ ਦੇ, ਜੀ ਸਾਡੇ ਕਰਮ ਤੇ ਫਿਰ ਮਹਾਰਾਜ ਦੀ ਖੇਡ ਤੋਂ ਉੱਪਰ ਚਲੇ ਗਏ ਨਾ। ਮਹਾਰਾਜ ਦੀ ਰੱਖਿਆ ਨਾਲ, ਮਹਾਰਾਜ ਦੀ ਰਿਆਇਤ ਨਾਲ ਹੀ ਬਖਸ਼ੇ ਜਾਵਾਂਗੇ। ਅਰਦਾਸ ਰੋਜ਼ ਕਰ ਰਹੇ ਹਾਂ, ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਖਾਲਸੇ ਦੀ ਖੇਡ ਵਿੱਚ ਪੈਣਾ ਹੈ,
ਆਪਣੇ ਮਨ ਨੂੰ ਪੱਕਾ ਕਰ ਲਓ ਕਿ ਇਹ ਮੌਕਾ ਅਸੀਂ ਛੱਡਣਾ ਨਹੀਂ, ਅਸੀਂ ਅੰਮ੍ਰਿਤ ਦੀ ਦਾਤ ਮਹਾਰਾਜ ਪਾਸੋਂ ਹੁਣ ਲੈ ਲੈਣੀ ਹੈ। ਮਹਾਰਾਜ ਤੇ ਦੇਣ ਨੂੰ ਤਿਆਰ ਨੇ, ਅਸੀਂ ਆਪਣਾ ਉਦਮ ਕਰਨਾ ਹੈ, ਅਸੀਂ ਭੇਟ ਹੋਣਾ ਹੈ ਮਹਾਰਾਜ ਦੇ ਅੱਗੇ। ਕਿਰਪਾ ਕਰਨਗੇ ਮਹਾਰਾਜ, ਫਿਰ ਸਾਡਾ ਹੋਏਗਾ ਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾਤੇ ਪਾਸ, ਉਸ ਅਵਸਥਾ ਵਿੱਚ ਪਹੁੰਚ ਜਾਵਾਂਗੇ, ਉੱਥੋਂ ਹਟ ਜਾਵਾਂਗੇ। ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ। ਫਿਰ ਉਸ ਅਵਸਥਾ ਤੋਂ ਉੱਪਰ ਉੱਠ ਕੇ ਅਸੀਂ ਦੂਸਰੀ ਅਵਸਥਾ ਵਿੱਚ ਪਹੁੰਚ ਜਾਵਾਂਗੇ। ਜਦੋਂ ਅੰਮ੍ਰਿਤ ਦੀ ਦਾਤ ਲਵਾਂਗੇ ਤੇ ਮਹਾਰਾਜ ਜਦੋਂ ਉੱਥੇ ਸਾਡੇ ਨੇਤਰਾਂ ਵਿੱਚ ਪਾਣਗੇ ਆਪਣਾ ਅੰਮ੍ਰਿਤ, ਤੇ ਸਾਡੀ ਅਵਸਥਾ ਕਿਸ ਅਵਸਥਾ ਵਿੱਚ ਪਹੁੰਚ ਜਾਏਗੀ? ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ। ਅਸੀਂ ਉਸ ਖੇਡ ਵਿੱਚ ਪੈ ਗਏ ਜਿੱਥੇ ਦਿਵ ਦ੍ਰਿਸ਼ਟੀ ਵਾਲੀ ਖੇਡ ਵਿੱਚ, ਜਿੱਥੇ ਅਸੀਂ ਕਹਿੰਦੇ ਹਾਂ ਕਿ ਹਰ ਤੁਮੇ ਜੋਤ ਤਰੀ ਹਰ ਬਿਨ ਅਵਰ ਨਾ ਦੇਖਿਓ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਉਸ ਖੇਡ ਵਿੱਚ ਪੈ ਗਏ। ਜਦੋਂ ਮਹਾਰਾਜ ਨੇ ਇੱਥੇ ਦਸਮ ਦੁਆਰ ਵਿੱਚ ਛਿੱਟੇ ਪਾਣੇ ਨੇ, ਤੇ ਫਿਰ ਅਸੀਂ ਕਿਸ ਖੇਡ ਵਿੱਚ ਪੈ ਜਾਣਾ ਹੈ? ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਉਸ ਖੇਡ ਵਿੱਚ ਅਸੀਂ ਪੈ ਜਾਣਾ। ਜੋ ਮਹਾਰਾਜ ਨੇ ਸਾਨੂੰ ਦੇਣਾ ਹੈ ਅੰਮ੍ਰਿਤ, ਅਸੀਂ ਛਕਣਾ ਹੈ, ਤੇ ਫਿਰ ਅਸੀਂ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਇਸ ਅਵਸਥਾ ਤੋਂ ਉੱਪਰ ਉੱਠ ਕੇ ਅਸੀਂ ਕਿੱਥੇ ਪੈ ਜਾਣਾ ਹੈ? ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਫਿਰ ਅਸੀਂ ਕਿੱਥੇ ਪੈ ਗਏ? ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜਦੋਂ ਮਹਾਰਾਜ ਨੇ ਹਰੀ ਦਾ ਰਸ ਆਪਣਾ ਅੰਮ੍ਰਿਤ ਦਿੱਤਾ ਤੇ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਫਿਰ ਅਸੀਂ ਉਸ ਖੇਡ ਵਿੱਚ ਪੈ ਜਾਣਾ। ਇਹ ਸਾਰੀ ਗੁਰਬਾਣੀ ਜੀਣੀ ਪੈਣੀ ਹੈ, ਜੀਵਣੇ ਤੋਂ ਬਗੈਰ ਗੁਜ਼ਾਰਾ ਨਹੀਂ। ਸਿਰਫ ਇਹ ਨਹੀਂ ਹੈ ਕਿ ਅਸੀਂ ਪੜ੍ਹ ਦਿੱਤੀ, ਅਰਦਾਸ ਹੋ ਗਈ, ਸੁਣੀ ਵੀ ਨਹੀਂ ਅਰਦਾਸ ਚੱਜ ਨਾਲ। ਜੇ ਸੁਣੀ ਹੁੰਦੀ ਤੇ ਹੁਣ ਤੱਕ ਸਾਰੇ ਅਸੀਂ ਐਨ ਮਹਾਰਾਜ ਦੇ ਸੋਹਣੇ ਧੀਆਂ ਪੁੱਤਰ ਸੱਜ ਕੇ ਬੈਠੇ ਹੁੰਦੇ। ਮਹਾਰਾਜ ਕਿਰਪਾ ਕਰਨ, ਸਾਨੂੰ ਇਹ ਉਦਮ ਬਖਸ਼ਣ ਕਿ ਜੋ ਇਸ ਕਮੇਟੀ ਵੱਲੋਂ ਉਪਰਾਲਾ ਹੋ ਰਿਹਾ ਹੈ, ਸਾਡੇ ਕਮ ਸੇ ਕਮ ਏਰੀਏ ਵਿੱਚ ਤੇ ਸਾਰੇ ਹੀ ਮਹਾਰਾਜ ਦੇ ਐਨ ਸੋਹਣੇ ਧੀ ਪੁੱਤ ਅੰਮ੍ਰਿਤਧਾਰੀ ਸੱਜੇ ਹੋਣ, ਕਿ ਆਸ-ਪਾਸ ਦੇ ਇਲਾਕੇ ਵਾਲੇ ਵੀ ਕਹਿਣ, ਮਹਾਰਾਜ ਵੀ ਦੇਖ ਕੇ ਕਹਿਣ ਵੀ ਇਹ ਹੋ ਕੀ ਗਿਆ ਇਸ ਇਲਾਕੇ ਨੂੰ, ਸਾਰੀ ਮੇਰੀ ਸੰਗਤ ਹੋ ਗਈ ਹੈ ਪਿਆਰੀ ਪਿਆਰੀ। ਤੇ ਮਹਾਰਾਜ ਦੀ ਇੱਥੇ ਫਿਰ ਐਨ ਪੂਰੀ ਕਿਰਪਾ ਵਰਸੇ, ऐसी बख्शिश महाराज करण। झूलते निशान रहे अंत महाराज के, झूलते निशान रहे अंत महाराज, सजते दीवान रहे सजते दीवान रहे। आवाज ढिली है जिवें ना, मतलब हले सजाड़े नहीं है दीवान और कृपा वाले, एवें आवाज ढिली करते हैं। सजते दीवान रहे महाराज, राज करेगा राज करेगा, देख तेग देख तेग फतेह। वाहिगुरु जी का खालसा, वाहिगुरु जी की फतेह।